ਪੜ੍ਹਾਈ ਕਹਿੰਦੇ ਸ਼ੇਰਨੀ ਦਾ ਦੁੱਧ ਹੈ। ਜਾਂ ਚੀਮਾ ਜੀ ਨੇ ਵੀ ਉੱਥੇ ਕਿਹਾ ਵੀ ਜਿਹੜਾ ਇਹਨੂੰ ਪੀਂਦਾ ਹੈ ਤੇ ਉਹ ਦਹਾੜਦਾ ਹੈ, ਉਹ ਦਹਾੜੇ ਬਗੈਰ ਨਹੀਂ ਰਹਿ ਸਕਦਾ। ਤੇ ਠੀਕ ਹੈ, ਐਜੂਕੇਸ਼ਨ ਤਾਂ ਲੋਕਾਂ ਨੇ ਹਾਸਲ ਕਰ ਲਈ, ਸ਼ੇਰ ਤਾਂ ਹੁਣ ਦਹਾੜਨਾ ਚਾਹੁੰਦੇ ਆ, ਪਰ ਇਹ ਤਾਂ ਸ਼ੇਰ ਨੂੰ ਪਹਿਲੇ ਪਿੰਜਰੇ 'ਚ ਬੰਦ ਕਰਕੇ ਰੱਖਣਾ ਚਾਹੁੰਦੇ ਆ। ਡੀਪੀ ਆਫਿਸ ਜਦੋਂ 178 ਪੋਸਟਾਂ ਨਿਕਲੀਆਂ, ਇਹ ਅਪ੍ਰੈਲ ਮੇਰੇ ਖਿਆਲ 21 ਅਪ੍ਰੈਲ ਇਸੇ ਹੀ ਸਾਲ ਨਿਕਲੀਆਂ, ਤੇ ਉਸ ਦੇ ਵਿੱਚ ਕਿਤੇ ਵੀ ਰਾਖਵੇਂਕਰਨ ਦੀ ਗੱਲ ਵੀ ਇਹ ਤਾਂ ਬਿਲਕੁਲ ਹੀ ਕਾਨੂੰਨ ਦੇ ਖਿਲਾਫ ਹੈ। ਤੁਸੀਂ ਆਪਣਾ ਕਾਨੂੰਨ ਬਣਾਇਆ ਹੋਵੇ ਪੰਜਾਬ ਦਾ ਕਾਨੂੰਨ, ਔਰ ਤੁਸੀਂ ਉਸੇ ਕਾਨੂੰਨ ਦੇ ਖਿਲਾਫ ਜਾ ਕੇ ਇਵਨ ਐਸਸੀ ਕਮਿਸ਼ਨ ਦਾ ਆਰਡਰ ਆਇਆ ਹੋਵੇ, ਤੁਸੀਂ ਉਸ ਐਸਸੀ ਕਮਿਸ਼ਨ ਇਹ ਕਹਿੰਦਾ ਨੈਸ਼ਨਲ ਐਸਸੀ ਕਮਿਸ਼ਨ ਤੇ ਭਾਈ ਰਿਜ਼ਰਵੇਸ਼ਨ ਦਿਓ ਕਿਉਂਕਿ ਤੁਸੀਂ ਕਾਨੂੰਨ ਬਣਾਇਆ, ਤੇ ਉਲਟਾ ਉਸ ਆਰਡਰ ਦੇ ਖਿਲਾਫ ਇਹ ਸਰਕਾਰ ਹਾਈ ਕੋਰਟ ਦੇ ਵਿੱਚ ਰਿਟ ਪਾਉਂਦੀ ਹੈ। ਤੇ ਇਹਦਾ ਮਤਲਬ ਇਹ ਹੈ ਕਿ ਤੁਸੀਂ ਇਹ ਪਹਿਲੀ ਸਰਕਾਰ ਹੋਏਗੀ ਜਿਹੜੀ ਆਪਣੇ ਬਣਾਏ ਹੋਏ ਕਾਨੂੰਨ ਦਾ ਵਿਰੋਧ ਕਰ ਰਹੀ ਹੈ। ਇਹ ਆਮ ਆਦਮੀ ਪਾਰਟੀ ਇੱਕ ਪਾਸੇ ਤਸਵੀਰਾਂ ਲਾਉਂਦੀ ਹੈ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਉਹਨਾਂ ਦੀਆਂ, ਦੂਜੇ ਪਾਸੇ ਸੰਵਿਧਾਨ ਦੀਆਂ ਧੱਜੀਆਂ। ਤੋਂ ਅਸੀਂ ਹਮੇਸ਼ਾ ਜਿਨ੍ਹਾਂ ਦੀ ਗੱਲ ਕੀਤੀ ਹੈ ਉਹਨਾਂ ਦੇ ਨਾਲ ਹਮੇਸ਼ਾ ਖੜੇ ਆ। ਸਿੱਧੇ ਤੌਰ ਤੇ ਸਾਧੂ ਸਿੰਘ ਧਰਮਸੋਤ ਦਾ ਜ਼ਿਕਰ ਕਰ ਦਿੰਦੇ ਨੇ, ਕਹਿੰਦੇ ਕਿ ਉਹ ਤਾਂ ਬੱਚਿਆਂ ਦੀ ਰਿਜ਼ਰਵੇਸ਼ਨ ਜਿਹੜੀ ਬੱਚਿਆਂ ਦੀ ਸੀਗੀ, ਸਿੱਧੇ ਤੌਰ ਤੇ ਉਹਨਾਂ ਦਾ ਜਿਹੜਾ ਰਾਖਵਾਂਕਰਨ ਸੀਗਾ ਉਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਖਾਂਦੇ ਰਹੇ ਨੇ। ਐਸੀ ਸਕਾਲਰਸ਼ਿਪ ਦਾ ਜ਼ਿਕਰ ਬਾਰ-ਬਾਰ ਹੁੰਦਾ, ਤੁਸੀਂ ਵੀ ਇਹਨਾਂ ਮਸਲਿਆਂ ਨਾਲ ਫਿਰ ਇਹ ਸੁੱਤੇ ਕਿਉਂ ਪਏ ਆ? ਤੇ ਫਿਰ ਇਹਨਾਂ ਨੂੰ ਮਹੀਨੇ ਤਾਂ ਹੋਣ ਲੱਗੇ 4 ਤੇ FIR ਕਰ ਦਿੰਦੇ ਉਹਨਾਂ ਤੇ, ਕਿਉਂ ਨਹੀਂ ਕੀਤੀ FIR? ਇਹਦਾ ਮਤਲਬ ਦਾਲ 'ਚ ਕੁਝ ਕਾਲਾ ਹੈ। ਕਹਿੰਦੇ ਇੰਨਾ ਲੰਮਾ ਸਮਾਂ ਤੁਸੀਂ ਆਪ ਬਿਤਾ ਲਿਆ, ਉਦੋਂ ਤੁਹਾਨੂੰ ਚੀਜ਼ਾਂ ਨਜ਼ਰ ਨਹੀਂ ਆਈਆਂ, ਹੁਣ ਕਹਿੰਦੇ ਕਿ ਸਾਡੇ 3 ਮਹੀਨੇ ਜਾਂ 4 ਮਹੀਨੇ ਚੁੱਪ ਰਹੇ। ਨਹੀਂ, ਸਾਨੂੰ ਚੁੱਪ ਨਹੀਂ ਰਿਹਾ, ਇਹਨਾਂ ਲੋਕਾਂ ਨੂੰ ਚੁੱਪ ਰਹਿਣੇ ਪੰਜਾਬ ਦਿਆਂ ਨੂੰ। ਤੁਹਾਨੂੰ ਬਦਲਾਅ ਚੰਗਾ ਲੱਗ ਰਿਹਾ ਕਿ ਨਹੀਂ ਚੰਗਾ ਲੱਗ ਰਿਹਾ? ਦੇਖੋ, ਬਦਲਾਅ ਚੰਗਾ ਕਿਵੇਂ ਲੱਗ ਸਕਦਾ? ਉਹ ਬਦਲਾਅ ਕਿਵੇਂ ਚੰਗਾ ਲੱਗ ਸਕਦਾ ਜਿੱਥੇ ਤੁਹਾਡੇ ਆਪਣੇ ਉਹ ਮਹਿਫੂਜ਼ ਨਾ ਹੋ। ਸਿੱਧੂ ਮੂਸੇਵਾਲਾ ਜੇ ਤੁਸੀਂ ਦੇਖਿਆ, ਕਿੰਨੇ ਹਰਮਨ ਪਿਆਰੇ ਵਿਸ਼ਵ ਵਿਖਿਆਤ ਸਾਡੇ ਜਿਹੜੇ ਸਿੰਗਰ ਹੈ, ਵਿਸ਼ਵ ਪ੍ਰਸਿੱਧ ਸਿੰਗਰ ਹੈ, ਅੱਜ ਉਹ ਸਾਡੇ 'ਚ ਨਹੀਂ ਹੈ। ਇਹ ਕਿਹਦਾ ਕਸੂਰ ਹੈ? ਤੁਸੀਂ ਦੇਖੋ, ਸਭ ਤੋਂ ਪਹਿਲਾਂ ਆਉਂਦੇ ਹੋ ਤੁਸੀਂ ਆਪਣੇ ਆਪ ਨੂੰ ਬੜੱਪਨ, ਆਪਣੇ ਨੂੰ ਵੱਡੇ ਸ਼ੋਅ ਕਰਨ ਲਈ ਜੀ ਆਹ ਦੇਖੋ ਜੀ ਅਸੀਂ VIP ਕਲਚਰ ਖਤਮ ਕਰਤਾ, ਅਸੀਂ ਸਿਕਿਉਰਿਟੀ ਕਵਰ ਵਾਪਸ ਲੈ ਲਿਆ, ਔਰ ਉਹਨੂੰ ਤੁਸੀਂ ਸੋਸ਼ਲ ਮੀਡੀਆ ਤੇ ਪਾ ਕੇ ਲੋਕਾਂ ਨੇ ਤੁਹਾਨੂੰ ਸੱਤਾ ਸੌਂਪੀ ਹੈ। ਉਹਨਾਂ ਨੂੰ 90,000 ਕਰੋੜ ਕੀ 9 ਰੁਪਏ ਦੀ ਗੱਲ ਨਹੀਂ ਕਰਦੇ। ਇਹਨਾਂ ਨੇ ਆਪਣੇ ਨਾ ਗਵਰਨਰ ਦਾ ਐਡਰੈਸ 'ਚ, ਨਾ ਇਸ ਵਾਰ ਆਪਣੇ ਬਜਟ ਦੇ ਵਿੱਚ ਕਿਤੇ ਵੀ ਕਿਸਾਨਾਂ ਦੀ ਕਰਜ਼ ਮਾਫੀ, ਖੇਤ ਮਜ਼ਦੂਰਾਂ ਦੀ ਕਰਜ਼ ਮਾਫੀ ਦੀ ਗੱਲ ਕੀਤੀ ਹੋਵੇ ਮੈਨੂੰ ਦੱਸੋ। ਉਹ ਕਹਿੰਦੇ ਕਿ ਜਿਹੜੀਆਂ ਧਿਰਾਂ ਤੋਂ ਸੱਤਾ ਖੁੱਸ ਗਈ ਹੈ ਨਾ, ਉਹ ਇਸ ਵੇਲੇ ਪੰਜਾਬ ਦਾ ਮਾਹੌਲ ਖਰਾਬ ਕਰ। ਇਹ ਕੋਈ ਬਹਾਨਾ ਨਹੀਂ ਹੁੰਦਾ। ਨੋ, ਯੂ ਆਰ ਦਾ ਕੈਪਟਨ ਆਫ ਪੰਜਾਬ। ਤੁਸੀਂ ਇਹ ਕਹੀ ਜਾਓ ਜੀ ਕਾਂਗਰਸ ਨੇ ਠੀਕ ਨਹੀਂ ਕੀਤਾ ਜੀ, ਅਕਾਲੀਆਂ ਨੇ ਠੀਕ ਨਹੀਂ ਕੀਤਾ। ਬਈ ਉਹਨਾਂ ਨੇ ਠੀਕ ਨਹੀਂ ਕੀਤਾ ਤਾਂ ਹੀ ਤਾਂ ਤੁਹਾਨੂੰ ਲੋਕ ਲੈ ਕੇ ਆਏ ਆ। ਹੁਣ ਤੁਸੀਂ ਦੱਸੋ ਕੀ ਕੀਤਾ? ਤੁਸੀਂ 100 ਦਿਨ ਦੇ ਵਿੱਚ ਕੀ ਕੀਤਾ? ਲਾਅ ਐਂਡ ਆਰਡਰ ਤੇ ਤੁਸੀਂ ਫੇਲ, ਆ ਤੁਹਾਡੇ ਪੰਜਾਬ ਦੀ ਗੱਲ ਕਰਨ ਤੇ ਤੁਸੀਂ ਫੇਲ, ਵਿਧਾਨ ਸਭਾ ਨੂੰ ਤੁਸੀਂ ਜ਼ਮੀਨਾਂ ਮੰਗ ਰਹੇ ਹੋ, ਹਾਈ ਕੋਰਟ ਲਈ ਤੁਸੀਂ ਅਲੱਗ ਜ਼ਮੀਨਾਂ ਮੰਗ ਰਹੇ ਹੋ, ਤੁਸੀਂ ਪੰਜਾਬ ਦੇ ਹੱਕਾਂ ਦੀ ਫਿਰ ਕਹਿੰਦੇ ਪੰਜਾਬ ਚੰਡੀਗੜ੍ਹ ਨੂੰ ਦੇ ਦਿਓ। ਇਹ ਪੰਜਾਬ ਫਿਰ ਚੰਡੀਗੜ੍ਹ ਨੂੰ ਕਾਹਤੇ ਦੇ ਦਿਓ? ਸਿੱਧੇ ਤੌਰ ਤੇ ਇਹ ਉਹਨਾਂ ਨੂੰ ਜਿਹੜੀ ਸੱਤਾ ਦੀ ਚਾਬੀ ਹੈ ਇਹ ਦਿੱਲੀ ਨੂੰ ਸੌਂਪਣਾ ਚਾਹੁੰਦੇ ਆ, ਕਿਉਂਕਿ ਦਿੱਲੀ ਤਾਂ ਆਪ ਵਿਚਾਰੇ ਉੱਥੋਂ ਹੁਣ ਬੇਰੁਜ਼ਗਾਰ ਹੋਣ ਵਾਲੇ ਆ। BJP ਜਿਹੜੇ ਕੰਮ ਪੰਜਾਬ 'ਚ ਕਰਨਾ ਚਾਹੁੰਦੀ ਆ, ਮੈਨੂੰ ਲੱਗਦਾ ਇਹਨਾਂ ਦੇ ਮੂੰਹੋਂ ਕਹਾ ਕੇ, ਇਹਨਾਂ ਦੇ ਟਵਿੱਟਰ ਹੈਂਡਲ ਤੇ ਲਿਖ ਕੇ ਉਹ BJP ਕਰਵਾ ਰਹੀ ਆ। TV ਪੰਜਾਬ ਦੇਖ ਰਹੇ ਹੋ ਤੁਸੀਂ ਇਸ ਵਕਤ, ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਰਿਜ਼ਰਵੇਸ਼ਨ ਹੈਗੀ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲਦੀਆਂ ਰਹੀਆਂ ਨੇ ਕਿ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ, ਕਿਸ ਤਰੀਕੇ ਨਾਲ ਵੱਖ-ਵੱਖ ਮਹਿਕਮਿਆਂ ਦੇ ਵਿੱਚ ਜਿਹੜੀ ਇਹ ਰਿਜ਼ਰਵੇਸ਼ਨ ਹੈਗੀ ਆ ਉਹਦਾ ਸਿੱਧੇ ਤੌਰ ਤੇ ਪੱਖ ਜਿਹੜਾ ਰੱਖਿਆ ਜਾਣਾ ਚਾਹੀਦਾ। ਪਰ ਮਸਲਾ ਇਹ ਹੈ ਕਿ ਇਸ ਵੇਲੇ ਹਾਲਾਤ ਇਹ ਬਣੇ ਹੋਏ ਨੇ, ਵੱਖ-ਵੱਖ ਵਿਭਾਗਾਂ ਦੇ ਵਿੱਚ ਨਿਯੁਕਤੀਆਂ ਜਿਹੜੀਆਂ ਨਿੱਜੀ ਤੌਰ ਤੇ ਹੋ ਰਹੀਆਂ ਨੇ, ਨਿੱਜੀ ਤੌਰ ਤੇ ਟੀਮਾਂ ਬਣਾਈਆਂ ਜਾ ਰਹੀਆਂ, ਉਹਨੂੰ ਲੈ ਕੇ ਸਵਾਲ ਉੱਠ ਰਹੇ ਨੇ। ਸਾਡੇ ਨਾਲ ਵਿਧਾਇਕ ਰਾਜ ਕੁਮਾਰ ਚੱਬੇਵਾਲ ਨੇ ਗੱਲਬਾਤ ਕਰਕੇ ਸਮਝਣਾ ਕਿ ਇਹ ਮਸਲਾ ਕਿੰਨਾ ਗੰਭੀਰ ਹੈਗਾ। ਸਰ, ਇਸ ਜਿਹੜੇ ਮਸਲੇ ਦਾ ਤੁਸੀਂ ਅੱਜ ਜ਼ਿਕਰ ਕਰ ਰਹੇ ਹੋ ਕਿ ਖਾਸ ਕਰਕੇ AG ਆਫਿਸ ਦੀ ਅਸੀਂ ਚਰਚਾ ਕਰ ਰਹੇ ਹਾਂ, ਇੱਥੇ ਕੀ ਲੱਗ ਕੀ ਰਿਹਾ, ਨਜ਼ਰ ਕੀ ਆ ਰਿਹਾ? ਦੇਖੋ, ਇਸ ਦੇ ਵਿੱਚ ਤਾਂ ਬੜਾ ਸਾਫ਼ ਨਜ਼ਰ ਆ ਰਿਹਾ ਕਿ ਇਹ ਜਿਹੜੀ ਸਰਕਾਰ ਹੈ ਇਹ 65% ਲੋਕਾਂ ਦੇ ਜਿਹਨਾਂ ਦੇ ਹੱਕ ਹੈ ਉਹਨਾਂ ਨੂੰ ਸੰਵਿਧਾਨ ਦੇ ਤਹਿਤ ਜਿਸ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਗੱਲ ਕਰਦੇ ਆ, ਤੇ ਕਹਿੰਦੇ ਜੀ ਵੀ ਪੜ੍ਹਾਈ ਕਹਿੰਦੇ ਉਹ ਚੀਜ਼ ਹੈ ਵੀ ਜਿਹੜਾ ਪੜ੍ਹਾਈ ਕਹਿੰਦੇ ਸ਼ੇਰਨੀ ਦਾ ਦੁੱਧ ਹੈ। ਜਾਂ ਚੀਮਾ ਜੀ ਨੇ ਵੀ ਉੱਥੇ ਕਿਹਾ ਵੀ ਜਿਹੜਾ ਇਹਨੂੰ ਪੀਂਦਾ ਹੈ ਤੇ ਉਹ ਦਹਾੜਦਾ ਹੈ, ਉਹ ਦਹਾੜੇ ਬਗੈਰ ਨਹੀਂ ਰਹਿ ਸਕਦਾ। ਤੇ ਠੀਕ ਹੈ, ਐਜੂਕੇਸ਼ਨ ਤਾਂ ਲੋਕਾਂ ਨੇ ਹਾਸਲ ਕਰ ਲਈ, ਸ਼ੇਰ ਤਾਂ ਹੁਣ ਦਹਾੜਨਾ ਚਾਹੁੰਦੇ ਆ, ਪਰ ਇਹ ਤਾਂ ਸ਼ੇਰ ਨੂੰ ਪਹਿਲੇ ਪਿੰਜਰੇ 'ਚ ਬੰਦ ਕਰਕੇ ਰੱਖਣਾ ਚਾਹੁੰਦੇ ਆ, ਕਿਉਂਕਿ ਜਿਹੜੇ ਉਹਨਾਂ ਦੇ ਹੱਕਾਂ ਦੀ ਗੱਲ ਆ, ਜਦੋਂ ਲੋਕ ਆਪਣੇ ਹੱਕ 65% ਲੋਕ ਨੇ ਆਪਣੇ, ਲਗਭਗ ਮੇਰਾ ਖਿਆਲ ਕਿ 37% ਹੱਕਾਂ ਦੀ ਗੱਲ ਕਰ ਰਹੇ ਨੇ। ਤੇ AG ਆਫਿਸ ਜਦੋਂ 178 ਪੋਸਟਾਂ ਨਿਕਲੀਆਂ, ਇਹ ਅਪ੍ਰੈਲ ਮੇਰੇ ਖਿਆਲ 21 ਅਪ੍ਰੈਲ ਇਸੇ ਹੀ ਸਾਲ ਨਿਕਲੀਆਂ, ਤੇ ਉਸ ਦੇ ਵਿੱਚ ਕਿਤੇ ਵੀ ਰਾਖਵੇਂਕਰਨ ਦੀ ਗੱਲ ਨਹੀਂ ਕੀਤੀ, ਕਿਤੇ ਵੀ SC ਰਿਜ਼ਰਵੇਸ਼ਨ ਦੀ ਗੱਲ, BC ਰਿਜ਼ਰਵੇਸ਼ਨ ਦੀ ਗੱਲ, ਇੱਥੋਂ ਤੱਕ ਕਿ ਹੋਰ ਵੀ ਚਾਹੇ ਐਕਸ ਸਰਵਿਸਮੈਨ ਨੇ, ਮਹਿਲਾਵਾਂ ਨੇ, ਜਾਂ
ਫਿਜ਼ੀਕਲੀ ਹੈਂਡੀਕੈਪਡ ਨੇ, ਕਿਸੇ ਤਰ੍ਹਾਂ ਦਾ ਵੀ ਕੋਈ ਰਾਖਵੇਂ ਕਰਨ ਦੀ ਗੱਲ ਤੱਕ ਨਹੀਂ ਕੀਤੀ ਗਈ। ਸੋ ਮੈਂ ਇਹ ਸਾਡਾ ਅੱਜ ਦਾ ਜਿਹੜਾ ਸੀਗਾ ਪ੍ਰੈਸ ਕਾਨਫਰੰਸ ਇੱਥੇ ਸੀ ਵੀ ਇਹ ਤਾਂ ਬਿਲਕੁਲ ਹੀ ਕਾਨੂੰਨ ਦੇ ਖਿਲਾਫ ਹੈ। ਤੁਸੀਂ ਆਪਣਾ ਕਾਨੂੰਨ ਬਣਾਇਆ ਹੋਵੇ ਪੰਜਾਬ ਦਾ ਕਾਨੂੰਨ, ਔਰ ਤੁਸੀਂ ਉਸੇ ਕਾਨੂੰਨ ਦੇ ਖਿਲਾਫ ਜਾ ਕੇ ਈਵਨ ਐਸਸੀ ਕਮਿਸ਼ਨ ਦਾ ਆਰਡਰ ਆਇਆ ਹੋਵੇ, ਤੁਸੀਂ ਉਸ ਐਸਸੀ ਕਮਿਸ਼ਨ ਇਹ ਕਹਿੰਦਾ ਨੈਸ਼ਨਲ ਐਸਸੀ ਕਮਿਸ਼ਨ ਵੀ ਭਾਈ ਰਿਜ਼ਰਵੇਸ਼ਨ ਦਿਓ ਕਿਉਂਕਿ ਤੁਸੀਂ ਕਾਨੂੰਨ ਬਣਾਇਆ, ਤੇ ਉਲਟਾ ਉਸ ਆਰਡਰ ਦੇ ਖਿਲਾਫ ਇਹ ਸਰਕਾਰ ਹਾਈ ਕੋਰਟ ਦੇ ਵਿੱਚ ਰਿਟ ਪਾਉਂਦੀ ਹੈ ਵੀ ਜੀ ਆਹ ਲਓ ਜੀ ਵੀ ਜਿਹੜਾ ਅਸੀਂ ਤਾਂ ਜੀ ਇਹ ਰਿਜ਼ਰਵੇਸ਼ਨ ਨਹੀਂ ਦੇਣੀ, ਵੀ ਅਸੀਂ ਤਾਂ ਜੀ ਐਫੀਸ਼ੀਐਂਟ ਲੋਕਾਂ ਨੂੰ ਜਿਹੜਾ ਅਸੀਂ ਲੈ ਕੇ ਆਵਾਂਗੇ। ਤੇ ਇਹਦਾ ਮਤਲਬ ਇਹ ਹੈ ਵੀ ਤੁਸੀਂ ਇਹ ਪਹਿਲੀ ਸਰਕਾਰ ਹੋਏਗੀ ਜਿਹੜੀ ਆਪਣੇ ਬਣਾਏ ਹੋਏ ਕਾਨੂੰਨ ਦਾ ਵਿਰੋਧ ਕਰ ਰਹੀ ਹੈ। ਸੋ ਸਾਡੀ ਮੰਗ ਤਾਂ ਇਹ ਹੈ ਵੀ ਭਾਈ ਇਹ ਜਿਹੜਾ ਤੁਸੀਂ ਰਿਟ ਪਟੀਸ਼ਨ ਕੀਤਾ ਹੈ ਇਸ ਨੂੰ ਵਿਡਰਾਅ ਕਰੋ, ਇਸ ਨੂੰ ਵਾਪਸ ਲਿਆ ਜਾਵੇ, ਔਰ ਇਸ ਦੇ ਨਾਲ ਹੀ ਜਿਹੜਾ ਐਡਵਰਟਾਈਜ਼ਮੈਂਟ ਤੁਸੀਂ ਜਾਰੀ ਕੀਤੀ ਹੈ ਉਹਨੂੰ ਦੁਬਾਰਾ ਜਾਰੀ ਕੀਤਾ ਜਾਵੇ, ਉਹਨੂੰ ਸੋਧਿਆ ਜਾਵੇ ਤਾਂ ਕਿ ਜਿਹੜੇ ਲੋਕਾਂ ਦੇ ਹੱਕ ਬਣਦੇ ਆ ਉਹਨਾਂ ਨੂੰ ਹੱਕ ਦਿੱਤੇ ਜਾਣ। ਚੱਬੇਵਾਲ ਸਾਹਿਬ, ਜਦੋਂ ਸੱਤਾ ਦੇ ਵਿੱਚ ਕੋਈ ਧਿਰ ਹੁੰਦੀ ਹੈ ਉਦੋਂ ਬਿਆਨਬਾਜ਼ੀਆਂ ਕੁਝ ਹੋਰ ਹੁੰਦੀਆਂ ਨੇ, ਪਰ ਜਦੋਂ ਸੱਤਾ ਤੋਂ ਬਾਹਰ ਹੁੰਦੀ ਹੈ ਉਦੋਂ ਬਿਆਨਬਾਜ਼ੀਆਂ ਕੁਝ ਹੋਰ ਹੁੰਦੀਆਂ ਨੇ। ਲੱਗਦਾ ਕਿ ਇਹ ਸਿਆਸਤ ਦਾ ਪੈਂਤੜਾ ਹੀ ਇਦਾਂ ਦਾ ਹੈਗਾ ਕਿ ਆਮ ਆਦਮੀ ਪਾਰਟੀ ਇੱਕ ਪਾਸੇ ਤਸਵੀਰਾਂ ਲਾਉਂਦੀ ਹੈ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਹੋਰਾਂ ਦੀਆਂ, ਦੂਜੇ ਪਾਸੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ। ਦੇਖੋ ਅਸੀਂ ਤਾਂ ਸੱਤਾ 'ਚ ਜਦੋਂ ਪਹਿਲਾਂ ਵੀ ਸੀ, ਅਸੀਂ ਸੱਤਾ 'ਚ ਤਾਂ ਹਮੇਸ਼ਾ ਜਿਹੜੇ ਸਾਡੇ ਆ ਕਾਨੂੰਨ ਬਣੇ ਹੋ ਆ ਇਹ ਸਾਡੀ ਸਰਕਾਰ ਦੇ ਬਣੇ ਹੋਏ ਆ। ਸਾਡੀ ਸਰਕਾਰ ਨੇ ਜਿਹੜਾ 9/12/2021 ਚ ਹੋਮ ਡਿਪਾਰਟਮੈਂਟ ਦਾ ਵੀ ਆਰਡਰ ਆਇਆ, ਉਹ ਸਾਡਾ ਹੀ ਆਰਡਰ ਏਜੀ ਆਫਿਸ ਨੂੰ ਕਲੀਅਰ ਕੱਟ ਇੰਸਟਰਕਸ਼ਨਸ ਹੈ ਵੀ ਇਹਦੇ ਵਿੱਚ ਜ਼ਰੂਰ ਤੁਸੀਂ ਜਿਹੜੀ ਹੈ ਰਾਖਵਾਂਕਰਨ ਦੀ ਗੱਲ ਕਰਨੀ ਹੈ। ਸੋ ਅਸੀਂ ਸਾਡੀ ਸਰਕਾਰ 'ਚ ਰਹਿੰਦੇ ਹੋਏ ਅਸੀਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਵੀ ਕਿਸੇ ਵੀ ਵਰਗ ਦੇ ਨਾਲ ਤੁਸੀਂ ਦੇਖੋ ਮਹਿਲਾਵਾਂ ਦੀ ਜੇਕਰ ਗੱਲ ਕੀਤੀ ਤਾਂ ਸਾਡੀ ਸਰਕਾਰ ਨੇ ਗੱਲ ਕੀਤੀ। ਤੁਸੀਂ ਜਿੰਨੀਆਂ ਵੀ ਅਰਬਨ ਲੋਕਲ ਬਾਡੀਜ਼ ਨੇ, ਰੂਰਲ ਲੋਕਲ ਬਾਡੀਜ਼ ਨੇ, ਉੱਥੇ 50% ਰਿਜ਼ਰਵੇਸ਼ਨ ਜਿਹੜੀ ਹੈ ਉਹ ਸਾਡੀਆਂ ਮਹਿਲਾਵਾਂ ਨੂੰ ਅੱਜ ਵੀ ਹੈ, ਔਰ ਸਾਡੇ ਬਹੁਤ ਸਾਰੀਆਂ ਜਿਹੜੀਆਂ ਮਹਿਲਾਵਾਂ ਉਹ ਸਾਡੀਆਂ ਲੀਡਰਸ ਬਣ ਕੇ ਉੱਭਰੀਆਂ ਨੇ। ਸੋ ਅਸੀਂ ਹਮੇਸ਼ਾ ਜਿਨ੍ਹਾਂ ਦੀ ਗੱਲ ਕੀਤੀ ਉਹਨਾਂ ਦੇ ਨਾਲ ਹਮੇਸ਼ਾ ਖੜੇ ਆ। ਤੁਸੀਂ ਕਹਿ ਰਹੇ ਹੋ ਕਿ ਅਸੀਂ ਐਸੀ ਭਾਈਚਾਰੇ ਦੀ ਗੱਲ ਕਰ ਰਹੇ ਹਾਂ, ਪਰ ਜਦੋਂ ਆਮ ਆਦਮੀ ਪਾਰਟੀ ਨੂੰ ਇਦਾਂ ਦੇ ਸਵਾਲ ਤੁਹਾਡੇ ਪਹੁੰਚਦੇ ਨੇ ਜਾਂ ਵਿਰੋਧੀ ਧਿਰਾਂ ਦੇ ਪਹੁੰਚਦੇ ਨੇ, ਕਹਿੰਦੇ ਗੱਲ ਉਹ ਕਰ ਰਹੇ ਨੇ ਜਿਹੜੇ ਆਪਣੇ ਸਮੇਂ ਦੇ ਵਿੱਚ ਘੁਟਾਲੇ ਕਰਦੇ ਰਹੇ ਨੇ। ਸਿੱਧੇ ਤੌਰ ਤੇ ਸਾਧੂ ਸਿੰਘ ਧਰਮਸੋਤ ਦਾ ਜ਼ਿਕਰ ਕਰ ਦਿੰਦੇ ਨੇ, ਕਹਿੰਦੇ ਕਿ ਉਹ ਤਾਂ ਬੱਚਿਆਂ ਦੀ ਰਿਜ਼ਰਵੇਸ਼ਨ ਜਿਹੜੀ ਬੱਚਿਆਂ ਦੀ ਸੀਗੀ, ਸਿੱਧੇ ਤੌਰ ਤੇ ਉਹਨਾਂ ਦਾ ਜਿਹੜਾ ਰਾਖਵਾਂਕਰਨ ਸੀਗਾ ਉਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਖਾਂਦੇ ਰਹੇ ਨੇ। ਐਸੀ ਸਕਾਲਰਸ਼ਿਪ ਦਾ ਜ਼ਿਕਰ ਬਾਰ-ਬਾਰ ਹੁੰਦਾ, ਤੁਸੀਂ ਵੀ ਇਹਨਾਂ ਮਸਲਿਆਂ ਨਾਲ ਤਕੱਲੁਫ। ਫਿਰ ਇਹ ਸੁੱਤੇ ਕਿਉਂ ਪਏ ਆ? ਇਹ ਕਹਿੰਦੇ ਜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਚੋਂ ਸਾਧੂ ਸਿੰਘ ਧਰਮਸੋਤ ਜੀ ਖਾ ਗਏ ਜਾਂ ਉੱਥੇ ਬੇਨਿਯਮੀਆਂ ਹੋਈਆਂ, ਤੇ ਫਿਰ ਇਹਨਾਂ ਨੂੰ ਮਹੀਨੇ ਤਾਂ ਹੋਣ ਲੱਗੇ 4 ਤੇ FIR ਕਰ ਦਿੰਦੇ ਉਹਨਾਂ ਤੇ। ਕਿਉਂ ਨਹੀਂ ਕੀਤੀ FIR? ਇਹਦਾ ਮਤਲਬ ਦਾਲ 'ਚ ਕੁਛ ਕਾਲਾ ਹੈ। ਬੇਨਿਯਮੀਆਂ ਨਹੀਂ ਹੋਈਆਂ ਤਾਂ ਮਤਲਬ ਜਾਂ ਨਹੀਂ ਹੋਈਆਂ ਜਾਂ ਦਾਲ 'ਚ ਕੁਛ ਕਾਲਾ, ਜਾਂ ਇਹਨਾਂ ਦਾ ਆਪਣਾ ਬੰਦਾ ਕੋਈ ਇਨਵੋਲਡ ਹੈ। ਸਾਢੇ 4 ਸਾਲ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਫਿਰ ਉਸ ਤੋਂ ਬਾਅਦ ਚੰਨੀ ਸਾਹਿਬ ਦੀ ਸਰਕਾਰ, ਕਹਿੰਦੇ ਇੰਨਾ ਲੰਮਾ ਸਮਾਂ ਤੁਸੀਂ ਆਪ ਬਿਤਾ ਲਿਆ, ਉਦੋਂ ਤੁਹਾਨੂੰ ਚੀਜ਼ਾਂ ਨਜ਼ਰ ਨਹੀਂ ਆਈਆਂ। ਹੁਣ ਕਹਿੰਦੇ ਕਿ ਸਾਢੇ 3 ਮਹੀਨੇ ਜਾਂ 4 ਮਹੀਨੇ ਚੁੱਭ ਰਹੇ ਨੇ। ਨਹੀਂ, ਸਾਨੂੰ ਚੁੱਭ ਨਹੀਂ ਰਿਹਾ, ਇਹਨਾਂ ਲੋਕਾਂ ਨੂੰ ਚੁੱਭ ਰਹੇ ਨੇ। ਪੰਜਾਬ ਦਿਆਂ ਨੂੰ, ਪੰਜਾਬ ਦੇ ਲੋਕਾਂ ਨੂੰ ਮਹਿਸੂਸ ਹੋ ਰਿਹਾ ਵੀ ਅਸੀਂ ਗਲਤੀ ਕਰ ਲਈ ਬਦਲਾ ਲਿਆ ਕੇ। ਪੰਜਾਬ ਦੇ ਲੋਕਾਂ ਨੇ ਤਾਂ 100 ਦਿਨ 'ਚ ਦੱਸਤਾ ਇਹਨਾਂ ਨੂੰ ਵੀ ਭਾਈ ਜਿਹੜਾ ਅਸੀਂ ਬਦਲਾ ਲਿਆਂਦਾ ਇਹ ਤਾਂ ਬੜਾ ਬਦਲਾਅ ਖਤਰਨਾਕ ਆ, ਔਰ ਪੰਜਾਬੀਆਂ ਨੇ ਆਪਣੇ ਆਪ ਨੂੰ ਰਿਵਰਟ ਕੀਤਾ। ਉਹਨਾਂ ਨੇ ਜੋ ਵੀ ਉਹਨਾਂ ਨੂੰ ਆਪਸ਼ਨ ਲੱਗਾ, ਪਰ ਉਹਨਾਂ ਨੇ ਇਹਨਾਂ ਨੂੰ ਦੱਸਿਆ ਜਿੱਤਿਆ ਕੌਣ, ਹਾਰਿਆ ਕੌਣ, ਬੁਰੀ ਤਰ੍ਹਾਂ ਕੌਣ ਹਾਰਿਆ, ਮੈਂ ਇਸ ਤੇ ਨਹੀਂ ਜਾਂਦਾ, ਪਰ ਇਹਨਾਂ ਨੂੰ ਦੱਸਤਾ ਵੀ ਤੁਹਾਡੀ ਜਿਹੜੀ ਪਸੰਦ ਸੀ ਸਾਡੀ, ਉਹ ਤੁਸੀਂ ਸਾਡੀ ਗਲਤ ਪਸੰਦ ਹੋ। ਇਹ ਅਸੀਂ ਨਹੀਂ ਕਹਿ ਰਹੇ, ਲੋਕਾਂ ਨੇ ਕਿਹਾ ਵੀ ਲੋਕਾਂ ਨੇ ਉਹਨੂੰ ਨਕਾਰ ਦਿੱਤਾ ਔਰ ਬੁਰੀ ਤਰ੍ਹਾਂ ਹਰਾਇਆ। ਇਹ ਤੁਹਾਨੂੰ ਬਦਲਾਅ ਕਿਹੋ ਜਿਹਾ ਲੱਗ ਰਿਹਾ? ਕਿਉਂਕਿ ਵਿਰੋਧੀ ਧਿਰ ਦੇ ਨਾਤੇ ਤੁਸੀਂ ਬੜੀ ਨਜ਼ਦੀਕ ਤੋਂ ਚੀਜ਼ਾਂ ਦੇਖਦੇ ਹੋ, ਵਿਧਾਨ ਸਭਾ ਦੇ ਸੱਤਰ ਦੇ ਅੰਦਰ ਵੀ ਤੁਸੀਂ ਲਗਾਤਾਰ ਆਵਾਜ਼ ਬੁਲੰਦ ਕਰਦੇ ਰਹੇ, ਤੁਹਾਨੂੰ ਵੀ ਜ਼ਿੰਮੇਵਾਰੀਆਂ ਕਾਂਗਰਸ ਨੇ ਸੌਂਪੀਆਂ ਹੈਗੀਆਂ। ਤੁਹਾਨੂੰ ਬਦਲਾਅ ਚੰਗਾ ਲੱਗ ਰਿਹਾ ਕਿ ਨਹੀਂ ਚੰਗਾ ਲੱਗ ਰਿਹਾ? ਦੇਖੋ, ਬਦਲਾਅ ਚੰਗਾ ਕਿਵੇਂ ਲੱਗ ਸਕਦਾ? ਉਹ ਬਦਲਾਅ ਕਿਵੇਂ ਚੰਗਾ ਲੱਗ ਸਕਦਾ ਜਿੱਥੇ ਤੁਹਾਡੇ ਆਪਣੇ ਉਹ ਮਹਿਫੂਜ਼ ਨਾ ਹੋ, ਜਿੱਥੇ ਤੁਹਾਡੇ ਆਪਣੇ ਤੋਂ ਵਿਛੜ ਜਾਣ, ਉਹਨਾਂ ਦੇ ਕਤਲ ਹੋ ਜਾਣ। ਸਿੱਧੂ ਮੂਸੇਵਾਲਾ ਜੇ ਤੁਸੀਂ ਦੇਖਿਆ, ਕਿੰਨੇ ਹਰਮਨ ਪਿਆਰੇ ਵਿਸ਼ਵ ਵਿਖਿਆਤ ਸਾਡੇ ਜਿਹੜੇ ਸਿੰਗਰ ਹੈ, ਵਿਸ਼ਵ ਪ੍ਰਸਿੱਧ ਸਿੰਗਰ ਹੈ, ਅੱਜ ਉਹ ਸਾਡੇ 'ਚ ਨਹੀਂ ਹੈ। ਇਹ ਕਿਹਦਾ ਕਸੂਰ ਆ? ਤੁਸੀਂ ਦੇਖੋ, ਸਭ ਤੋਂ ਪਹਿਲਾਂ ਆਉਂਦੇ ਹੋ ਤੁਸੀਂ ਆਪਣੇ ਆਪ ਨੂੰ ਬੜੱਪਨ, ਆਪਣੇ ਨੂੰ ਵੱਡੇ ਸ਼ੋਅ ਕਰਨ ਲਈ ਜੀ। ਆਹ ਦੇਖੋ ਜੀ, ਅਸੀਂ VIP ਕਲਚਰ ਖਤਮ ਕਰਤਾ, ਅਸੀਂ ਸਿਕਿਉਰਿਟੀ ਕਵਰ ਵਾਪਸ ਲੈ ਲਿਆ, ਔਰ ਉਹਨੂੰ ਤੁਸੀਂ ਸੋਸ਼ਲ ਮੀਡੀਆ ਤੇ ਪਾ ਕੇ ਉਹ ਇਸ ਤਰ੍ਹਾਂ ਸਾਡੇ ਸੰਦੀਪ ਨੰਗਲ ਅੰਬੀਆਂ ਜੀ, ਕਬੱਡੀ ਖਿਡਾਰੀ, ਕਿੰਨੇ ਲੋਕ ਜਿਹੜੇ ਸਾਡੇ ਤੋਂ ਵਿਛੜ ਕੇ ਜਾ ਚੁੱਕੇ ਨੇ। ਔਰ ਕੋਈ ਦਿਨ ਐਸਾ ਨਹੀਂ ਜਦੋਂ ਲੁੱਟ ਖੋਹ ਦੀਆਂ ਵਾਰਦਾਤਾਂ ਨਾ ਹੋਣ, ਕੋਈ ਦਿਨ ਐਸਾ ਨਹੀਂ ਜਦੋਂ ਮਰਡਰ ਨਾ ਹੋਵੇ, ਕੋਈ ਦਿਨ ਐਸਾ ਨਹੀਂ ਜਦੋਂ ਕੋਈ ਕਿਸਾਨ ਆਤਮ ਹੱਤਿਆ ਨਾ ਕਰ ਰਿਹਾ ਹੋਵੇ, ਓਵਰਡੋਜ਼ ਦੇ ਨਾਲ ਸਾਡੇ ਨੌਜਵਾਨ ਨਾ ਮਰ ਰਹੇ ਹੋ। ਸੋ ਕਾਹਦਾ ਬਦਲਾਅ ਹੈ ਇਹ? ਕਿਹੋ ਜਿਹਾ ਬਦਲਾਅ ਹੈ? ਤੇ ਲੋਕ ਅੱਜ ਮਹਿਸੂਸ ਕਰਦੇ ਨੇ। ਇਹਨਾਂ ਨੇ ਭੈਣਾਂ ਨੂੰ ਗੱਲ ਕੀਤੀ ਸੀ, 1000 ਰੁਪਇਆ ਦੇਵਾਂਗੇ, ਨੌਕਰੀਆਂ ਦੀ ਗੱਲ ਕੀਤੀ ਸੀ, ਕਿਸਾਨਾਂ ਦੀ ਗੱਲ ਤਾਂ ਕਰਦੇ ਹੀ ਨਹੀਂ। ਕਿਸਾਨਾਂ ਦੀ ਗੱਲ ਜਦੋਂ ਅਸੀਂ ਸੀ, ਕਹਿੰਦੇ ਜੀ ਤੁਸੀਂ ਤਾਂ ਜੀ ਲਓ ਜੀ 5000 ਕਰੋੜ ਰੁਪਈਆ ਤੁਸੀਂ ਮਾਫ ਕਰਤਾ ਕਿਸਾਨਾਂ ਦਾ, 2-2 ਲੱਖ ਰੁਪਈਆ ਮਾਫ ਕੀਤਾ, ਤੇ ਤੁਸੀਂ 90000 ਕਰੋੜ ਮਾਫ ਕਰਨਾ ਸੀ ਤੇ 1 ਲੱਖ ਕਰੋੜ ਵਾਪਸ। ਹੁਣ ਲੋਕਾਂ ਨੇ ਤੁਹਾਨੂੰ ਸੱਤਾ ਸੌਂਪੀ ਹੈ, ਉਹਨਾਂ ਨੂੰ 90000 ਕਰੋੜ ਕੀ 9 ਰੁਪਏ ਦੀ ਗੱਲ ਨਹੀਂ ਕਰਦੇ। ਇਹਨਾਂ ਨੇ ਆਪਣੇ ਨਾ ਗਵਰਨਰ ਐਡਰੈਸ 'ਚ, ਨਾ ਇਸ ਵਾਰ ਆਪਣੇ ਬਜਟ ਦੇ ਵਿੱਚ ਕਿਤੇ ਵੀ ਕਿਸਾਨਾਂ ਦੀ ਕਰਜ਼ ਮਾਫੀ, ਖੇਤ ਮਜ਼ਦੂਰਾਂ ਦੀ ਕਰਜ਼ ਮਾਫੀ ਦੀ ਗੱਲ ਕੀਤੀ ਹੋਵੇ ਤਾਂ ਮੈਨੂੰ ਦੱਸੋ।
ਬਿਲਕੁਲ ਦੋਹੀ ਚੀਜ਼ਾਂ ਨਿਰਧਾਰਤ ਨੇ ਨਜ਼ਰ ਨਹੀਂ ਆਈਆਂ, ਨਾ ਤਾਂ ਮਹਿਲਾਵਾਂ ਦੇ ਲਈ ਕੋਈ ਰਾਖਵਾਂ ਰੱਖਿਆ ਗਿਆ, ਨਾ ਹੀ ਕਿਸਾਨਾਂ ਦੇ ਲਈ। ਚੱਬੇਵਾਲ ਸਾਹਿਬ, ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਪੰਜਾਬ ਬਾਰਡਰ ਸਟੇਟ ਹੈਗੀ, ਸੁਰੱਖਿਆ ਨੂੰ ਲੈ ਕੇ ਹਮੇਸ਼ਾ ਸਵਾਲ ਖੜੇ ਰਹਿੰਦੇ ਨੇ ਇੱਥੇ। ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਇਸ ਵੇਲੇ ਅਸਟੇਬਲ ਹੋਇਆ ਪਿਆ ਕੰਮ, ਬਹੁਤ ਸਾਰੀਆਂ ਚੀਜ਼ਾਂ ਲਗਾਤਾਰ ਵਾਪਰ ਰਹੀਆਂ ਨੇ। ਨਜ਼ਰ ਕੀ ਆ ਰਿਹਾ, ਕੌਣ ਕਰਵਾ ਰਿਹਾ? ਕਿਉਂਕਿ ਆਮ ਆਦਮੀ ਪਾਰਟੀ ਦਾ ਜਦੋਂ ਜ਼ਿਕਰ ਕਰਦੇ ਉਹ ਕਹਿੰਦੇ ਕਿ ਜਿਹੜੀਆਂ ਧਿਰਾਂ ਤੋਂ ਸੱਤਾ ਖੁੱਸ ਗਈ ਹੈ ਨਾ, ਉਹ ਇਸ ਵੇਲੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਦੇਖੋ, ਗੱਲ ਇਹ ਆ ਵੀ ਮੰਨ ਲਓ ਕੋਈ ਕ੍ਰਿਕਟ ਟੀਮ ਹੈ, ਜਿੱਤ ਰਿਹਾ ਆ, ਧੋਨੀ ਜੀ ਜਿੱਤ ਰਹੇ ਆ, ਉਸ ਤੋਂ ਬਾਅਦ ਕੋਹਲੀ ਜੀ ਆ ਜਾਂਦੇ ਆ, ਤਾਂ ਕੋਹਲੀ ਜੀ ਇਹੀ ਕਹੀ ਜਾਣ ਜਾਂ ਪਿਛਲੇ ਕੈਪਟਨ ਨੇ ਕੰਮ ਨਹੀਂ ਚੰਗਾ ਕੀਤਾ। ਇਹ ਕੋਈ ਬਹਾਨਾ ਨਹੀਂ ਹੁੰਦਾ। ਨੋ, ਯੂ ਆਰ ਦਾ ਕੈਪਟਨ ਆਫ ਪੰਜਾਬ। ਹੁਣ ਪੰਜਾਬ ਨੇ ਤੁਹਾਨੂੰ ਸੱਤਾ ਦੀ ਚਾਬੀ ਸੌਂਪੀ ਹੈ, ਤੁਸੀਂ ਇਹ ਕਹੀ ਜਾਓ ਜੀ ਕਾਂਗਰਸ ਨੇ ਠੀਕ ਨਹੀਂ ਕੀਤਾ ਜੀ, ਅਕਾਲੀਆਂ ਨੇ ਠੀਕ ਨਹੀਂ ਕੀਤਾ। ਬਈ ਉਹਨਾਂ ਨੇ ਠੀਕ ਨਹੀਂ ਕੀਤਾ, ਤਾਂ ਹੀ ਤਾਂ ਤੁਹਾਨੂੰ ਲੋਕ ਲੈ ਕੇ ਆਏ ਆ। ਹੁਣ ਤੁਸੀਂ ਦੱਸੋ ਕੀ ਕੀਤਾ ਤੁਸੀਂ 100 ਦਿਨ ਦੇ ਵਿੱਚ? ਕੀ ਕੀਤਾ? ਲਾਅ ਐਂਡ ਆਰਡਰ ਤੇ ਤੁਸੀਂ ਫੇਲ, ਆ ਤੁਹਾਡੇ ਪੰਜਾਬ ਦੀ ਗੱਲ ਕਰਨ ਤੇ ਤੁਸੀਂ ਫੇਲ, ਵਿਧਾਨ ਸਭਾ ਨੂੰ ਤੁਸੀਂ ਜ਼ਮੀਨਾਂ ਮੰਗ ਰਹੇ ਹੋ, ਹਾਈ ਕੋਰਟ ਲਈ ਤੁਸੀਂ ਅਲੱਗ ਜ਼ਮੀਨਾਂ ਮੰਗ ਰਹੇ ਹੋ, ਤੁਸੀਂ ਪੰਜਾਬ ਦੇ ਹੱਕਾਂ ਦੀ ਫਿਰ ਕਹਿੰਦੇ ਪੰਜਾਬ ਚੰਡੀਗੜ੍ਹ ਨੂੰ ਦੇ ਦਿਓ। ਵੀ ਪੰਜਾਬ ਫਿਰ ਚੰਡੀਗੜ੍ਹ ਨੂੰ ਕਾਹਦੇ ਦੇ ਦਿਓ? ਜੇ ਤੁਸੀਂ ਗੱਲਾਂ ਹੀ ਇਦਾਂ ਦੀਆਂ ਕਰਨੀਆਂ। ਸੋ ਇਸ ਕਰਕੇ ਮੈਂ ਸਮਝਦਾ ਕਿ ਕੋਈ ਪੰਜਾਬ ਦੀ ਬਿਹਤਰੀ ਦੇ ਲਈ ਗੱਲ ਇਹਨਾਂ 100 ਦਿਨਾਂ ਦੇ ਵਿੱਚ ਜਾਂ 4 ਮਹੀਨਿਆਂ ਦੇ ਵਿੱਚ ਹੋਈ ਨਹੀਂ। ਬਦਲਾਅ ਵਾਲੀ ਗੱਲ ਕੋਈ ਨਹੀਂ, ਕ੍ਰਾਂਤੀ ਵਾਲੀ ਗੱਲ ਕੋਈ ਨਹੀਂ। ਸੋ ਜਿੰਨੀਆਂ ਵੀ ਸਲਾਹਾਂ ਦਿੱਤੀਆਂ ਗਈਆਂ, ਮੈਂ ਸਮਝਦਾ ਸਲਾਹਾਂ ਉਲਟੀਆਂ ਹੀ ਗਈਆਂ ਸਾਰੀਆਂ। ਸਲਾਹ ਦੀ ਗੱਲ ਕੀਤੀ ਤੇ ਸਲਾਹਕਾਰ ਕਮੇਟੀ ਇੱਕ ਕਹਿੰਦੇ ਅਸਥਾਈ ਤੌਰ ਤੇ ਬਣਾਈ ਹੈ, ਰਾਘਵ ਚੱਡਰ ਨੂੰ ਜ਼ਿੰਮੇਵਾਰੀ ਦੇ ਦਿੱਤੀ ਹੈ। ਬਹੁਤ ਸਾਰੇ ਲੋਕ ਤਾਂ ਕਹਿੰਦੇ ਚੰਗੀ ਗੱਲ ਹੈ, ਬਹੁਤ ਸਾਰੇ ਲੋਕ ਇਹ ਕਹਿੰਦੇ ਨੇ, ਕਹਿੰਦੇ ਸਿੱਧੇ ਤੌਰ ਤੇ ਦਿੱਲੀ ਦੇ ਹੱਥ ਵਾਗਡੋਰ ਫੜਾਈ ਜਾ ਰਹੀ ਹੈ। ਕਾਂਗਰਸ ਇਸ ਚੀਜ਼ ਨੂੰ ਕਿਵੇਂ ਦੇਖਦੀ? ਦੇਖੋ, ਜਿੱਥੇ ਤੱਕ ਮੈਂ ਸਲਾਹਕਾਰ ਕਮੇਟੀ ਦੇ ਇਹਨਾਂ ਨੇ ਚੇਅਰਮੈਨ ਬਣਾਇਆ ਜਾਂ ਸਲਾਹਕਾਰ ਕਮੇਟੀ ਦੀ ਤੁਸੀਂ ਗੱਲ ਕਰਦੇ ਹੋ, ਪਿਛਲੇ ਲਗਭਗ 4 ਮਹੀਨੇ ਤੋਂ ਇਹੀ ਸਲਾਹਕਾਰ ਕਮੇਟੀ ਪੰਜਾਬ ਨੂੰ ਸਲਾਹਾਂ ਦੇ ਰਹੀ ਹੈ, ਸੀਐਮ ਸਾਹਿਬ ਨੂੰ ਸਲਾਹਾਂ ਦੇ ਰਹੀ ਹੈ। ਇਹ ਸਲਾਹਾਂ 4 ਮਹੀਨੇ ਵਿੱਚ ਕਿੰਨੀਆਂ ਕਾਰਗਰ ਸਾਬਤ ਹੋਈਆਂ ਨੇ, ਇਹ ਤੁਹਾਨੂੰ ਸਭ ਪਤਾ ਹੈ। ਮੈਂ ਲਾਅ ਐਂਡ ਆਰਡਰ ਦੀ ਵੀ ਗੱਲ ਕਰਤੀ, ਤੁਹਾਡੇ ਸਿਕਿਉਰਿਟੀ ਕਵਰ ਦੀ ਵੀ ਗੱਲ ਕਰਤੀ, ਡਰੱਗਸ ਦੀ ਗੱਲ ਕਰਤੀ, ਹਰ ਫਰੰਟ ਤੇ ਇਹ ਜਿਹੜੀ ਸਰਕਾਰ ਫੇਲ ਹੋਈ ਹੈ। ਤੇ ਜੇ ਸਲਾਹਾਂ ਹੁਣ ਤੱਕ ਸਹੀ ਸਾਬਤ ਨਹੀਂ ਹੋਈਆਂ ਤੇ ਫਿਰ ਸਲਾਹਕਾਰ ਕਮੇਟੀ ਦੀ ਜ਼ਰੂਰਤ ਕੀ? ਇਹ ਸਲਾਹਕਾਰ ਕਮੇਟੀ ਬਣਾਈ ਤਾਂ ਹੈ ਵੀ ਤੁਹਾਡੀ ਗੱਲ ਬਿਲਕੁਲ ਠੀਕ ਆ, ਸਿੱਧੇ ਜਾਂ ਸਿੱਧੇ ਤੌਰ ਤੇ ਇਹ ਉਹਨਾਂ ਨੂੰ ਜਿਹੜੀ ਸੱਤਾ ਦੀ ਚਾਬੀ ਹੈ ਇਹ ਦਿੱਲੀ ਨੂੰ ਸੌਂਪਣਾ ਚਾਹੁੰਦੇ ਆ, ਕਿਉਂਕਿ ਦਿੱਲੀ ਦਾ ਆਪ ਵਿਚਾਰੇ ਉੱਥੋਂ ਹੁਣ ਬੇਰੁਜ਼ਗਾਰ ਹੋਣ ਵਾਲੇ ਆ। ਉਹ ਕਾਰਪੋਰੇਸ਼ਨ ਮੇਰੇ ਖਿਆਲ ਬਣ ਰਹੀ ਹੈ ਸ਼ਾਰਟਲੀ, ਤੇ ਉੱਥੋਂ ਲੱਗਦਾ ਸ਼ਿਫਟ ਨਹੀਂ ਪੰਜਾਬ 'ਚ ਹੀ ਹੋਣਾ। ਤੇ ਕਿਤੇ ਨਾ ਕਿਤੇ ਕੇਜਰੀਵਾਲ ਸਾਹਿਬ ਨੇ ਭਗਵੰਤ ਮਾਨ ਨੂੰ ਕਮਜ਼ੋਰ ਕਰਨ ਲਈ ਆਪਣੇ 'ਚ ਇੱਕ ਬੜਾ ਇੰਪੋਰਟੈਂਟ ਲਿੰਕ ਜਿਹੜਾ ਉਹ ਇੱਕ ਤਰ੍ਹਾਂ ਨਾਲ ਇੰਡਾਇਰੈਕਟਲੀ ਲੈ ਕੇ ਆਏ ਆ। ਤੇ ਉਹ ਦਿਨ ਦੂਰ ਨਹੀਂ ਮੈਨੂੰ ਲੱਗਦਾ ਵਿਚਾਰੇ। ਜੇ ਸਲਾਹਕਾਰ ਕਮੇਟੀ ਬਣਾਉਣੀ ਸੀ ਕੋਈ ਚੰਗਾ ਸਲਾਹਕਾਰ ਲਾਉਣ ਦੇ, ਵੈਸੇ ਤਾਂ ਸਲਾਹਕਾਰ ਦੀ ਬਹੁਤੀ ਜ਼ਰੂਰਤ ਹੀ ਨਹੀਂ ਹੁੰਦੀ। ਸਾਡੇ ਆਈਐਸ ਨੇ, ਸਾਡੇ ਪੀਸੀਐਸ ਨੇ, ਫਿਰ ਡੀਜੀਪੀ ਨੇ, ਪੰਜਾਬ ਇੰਨੇ ਐਕਸਪੀਰੀਅੰਸਡ ਆਫੀਸਰਸ ਨੇ। ਪਰ ਫਿਰ ਵੀ ਜੇਕਰ ਸਲਾਹਕਾਰ ਕਮੇਟੀ ਲਾਣੀ ਹੈ ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਅੱਛੇ ਲੋਕ ਨੇ ਜਿਹੜੇ ਸਲਾਹ ਦੇ ਸਕਦੇ ਨੇ। ਵਿਧਾਇਕ ਨੇ 92 ਵਿਧਾਇਕ ਜਿੱਤੇ, ਉਹਨਾਂ ਚੋਂ ਚੇਅਰਮੈਨ ਬਣਾਉਣਾ ਚਾਹੀਦਾ। ਚੱਬੇਵਾਲ ਸਾਹਿਬ, ਬੜੀ ਅਹਿਮ ਚੀਜ਼ ਆ, ਪਾਣੀ ਦਾ ਮਸਲਾ ਬੜਾ ਅਹਿਮ ਰਿਹਾ ਪਿਛਲੇ ਦਿਨਾਂ ਦੇ ਵਿੱਚ। ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਤੌਰ ਤੇ ਕਹਿੰਦੇ ਰਹੇ ਕਿ ਪਾਣੀਆਂ ਦੇ ਰਾਖੇ, ਤੁਸੀਂ ਵੀ ਲਗਾਤਾਰ ਗੱਲ ਕਰਦੇ ਰਹੇ ਹੋ, ਪਰ ਉਹ ਭਾਜਪਾ 'ਚ ਨੇ ਇਸ ਵੇਲੇ। ਪਾਣੀਆਂ ਦੇ ਮਸਲੇ ਤੇ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਨਾਰਥ ਜ਼ੋਨਲ ਕੌਂਸਲ ਦੀ ਇੱਕ ਬੜੀ ਅਹਿਮ ਬੈਠਕ ਹੋਈ, ਉਹਦੇ ਵਿੱਚ ਇਹਨਾਂ ਨੇ ਟ੍ਰਿਬਿਊਨਲ ਦੀ ਮੰਗ ਕਰ ਲਈ। ਟ੍ਰਿਬਿਊਨਲ ਦੀ ਸਮਝ ਬਹੁਤ ਘੱਟ ਲੋਕਾਂ ਨੂੰ ਹੈਗੀ ਕਿ ਟ੍ਰਿਬਿਊਨਲ ਕਿਸ ਆਧਾਰ ਤੇ ਬਣਾਇਆ ਜਾਂਦਾ, ਤੇ ਉਸ ਦੀ ਮੰਗ ਕਰਕੇ ਕਹਿੰਦੇ ਤਾਂ ਇੰਟਰਸਟੇਟ ਟ੍ਰਿਬਿਊਨਲ ਹੁੰਦੇ ਨੇ ਤਾਂ ਉਹਦੇ ਆਧਾਰ ਤੇ ਇਹ ਚੀਜ਼ਾਂ ਹੁੰਦੀਆਂ। ਪਰ ਪਾਣੀ ਤਾਂ ਸਾਡਾ ਇੱਥੋਂ ਨਿਕਲ ਕੇ ਸਿੱਧਾ ਪਾਕਿਸਤਾਨ 'ਚ ਜਾ ਰਿਹਾ, ਤੇ ਇੰਟਰਸਟੇਟ ਵਾਲਾ ਮਸਲਾ ਨਹੀਂ ਹੈਗਾ। ਜਿਹੜੇ ਲੋਕ ਇਸ ਮਸਲੇ ਨੂੰ ਸਮਝਦੇ ਨੇ, ਬੜੀ ਗੰਭੀਰਤਾ ਨਾਲ ਦੇਖਦੇ ਨੇ ਕਿ ਟ੍ਰਿਬਿਊਨਲ ਮੰਗ ਕੇ ਇਹਨਾਂ ਨੇ ਆਪਣੇ ਹੱਥ ਵੱਢ ਲਏ ਨੇ। ਲੱਗਦਾ ਕਿ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਵੀ ਉਸ ਤਰੀਕੇ ਨਾਲ ਸੰਜੀਦਗੀ ਨਹੀਂ ਹੈਗੀ। ਮੁੱਖ ਮੰਤਰੀ ਆਪ ਨਹੀਂ ਕਿ ਸਾਥੀ ਨੂੰ ਭੇਜਿਆ? ਕਿਸੇ ਵੀ ਮਾਮਲੇ ਤੇ ਸੰਜੀਦਗੀ ਨਹੀਂ ਆ, ਕਿਸੇ ਵੀ ਮਾਮਲੇ ਤੇ ਸੰਜੀਦਗੀ ਨਾਲ। ਨਾ SYL ਇਸ਼ੂ ਤੇ ਗੱਲ ਕਰ ਰਹੇ ਆ, ਨਾ ਵਾਟਰ ਵਾਲੇ, ਨਾ BBMB ਵਾਲੇ ਇਸ਼ੂ ਤੇ ਗੱਲ ਕਰ ਰਹੇ, ਪੰਜਾਬ ਯੂਨੀਵਰਸਿਟੀ ਵਾਲੇ ਇਸ਼ੂ ਤੇ ਗੱਲ ਨਹੀਂ ਕਰ ਰਹੇ। ਔਰ ਉਲਟਾ ਨੈਗੇਟਿਵ ਸਟੇਟਮੈਂਟਸ ਦੇ ਕੇ ਕਿਤੇ ਨਾ ਕਿਤੇ ਪੰਜਾਬ ਦਾ ਇਮੇਜ ਜਿਹੜਾ ਉਹਨੂੰ ਖਰਾਬ ਕਰਨ ਦੀ ਮਤਲਬ ਕੋਸ਼ਿਸ਼ ਕੀਤੀ ਜਾ ਰਹੀ ਆ। ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀ BJP ਦੇ ਨਾਲ ਇਹਨਾਂ ਦੀ ਗੱਲਬਕੜੀ ਜਿਹੜੀ ਹੈ, BJP ਦੀ B ਟੀਮ ਦੇ ਤੌਰ ਤੇ ਕੰਮ ਕਰ ਰਿਹਾ। BJP ਜਿਹੜੇ ਕੰਮ ਪੰਜਾਬ 'ਚ ਕਰਨਾ ਚਾਹੁੰਦੀ ਆ, ਮੈਨੂੰ ਲੱਗਦਾ ਇਹਨਾਂ ਦੇ ਮੂੰਹੋਂ ਕਹਾ ਕੇ, ਇਹਨਾਂ ਦੇ ਟਵਿੱਟਰ ਹੈਂਡਲ ਤੇ ਲਿਖ ਕੇ ਉਹ BJP ਕਰਵਾ ਰਹੀ ਆ। ਤੇ ਮੈਨੂੰ ਲੱਗਦਾ ਉਹ ਦਿਨ ਦੂਰ ਨਹੀਂ ਆ ਜਦੋਂ ਜਿਹੜਾ ਪੰਜਾਬ ਅੱਜ ਪੰਜਾਬ ਦੇ ਵਿੱਚ ਜੋ ਹਾਲਾਤ ਨੇ, ਉਸ ਹਾਲਾਤ ਲਈ ਜ਼ਿੰਮੇਵਾਰ ਨੇ। ਔਰ ਚੰਡੀਗੜ੍ਹ ਵੀ ਮੈਨੂੰ ਲੱਗਦਾ ਇਹਨਾਂ ਦੇ ਹੁੰਦੇ ਚੰਡੀਗੜ੍ਹ ਪੰਜਾਬ ਤੋਂ ਲੱਗਦਾ ਖਿਸਕ ਜਾਏਗਾ। ਆਖਰੀ ਸਵਾਲ, ਕਿ ਤੁਸੀਂ ਅਕਸਰ ਕਹਿੰਦੇ ਰਹੇ ਹੋ ਨਿੱਜੀ ਤੌਰ ਤੇ ਕਿ ਭਗਵੰਤ ਇੱਕ ਚੰਗਾ ਇਨਸਾਨ ਹੈਗਾ, ਪਰ ਹੁਣ ਸੱਤਾ ਦੀ ਕੁਰਸੀ ਤੇ ਜਦੋਂ ਤੋਂ ਬੈਠੇ ਨੇ ਉਸ ਤਰੀਕੇ ਦਾ ਦਬਾਅ ਬਣ ਜਾਂਦਾ, ਕਿਉਂਕਿ ਕੇਂਦਰ ਦਾ ਦਬਾਅ ਹੁੰਦਾ, ਬਾਕੀ ਨਾਲ ਦੀਆਂ ਸਟੇਟਾਂ ਦਾ ਦਬਾਅ ਹੁੰਦਾ, ਬਹੁਤ ਸਾਰੀਆਂ ਚੀਜ਼ਾਂ ਉਸ ਤਰੀਕੇ ਨਾਲ ਕਰਨੀਆਂ ਪੈਂਦੀਆਂ, ਦਿੱਲੀ ਦਾ ਵੀ ਦਬਾਅ ਹੈਗਾ ਇਸ ਵੇਲੇ। ਤਾਂ ਭਗਵੰਤ ਮਾਨ ਨੂੰ ਕੋਈ ਸਲਾਹ, ਕਿਉਂਕਿ ਤੁਸੀਂ ਨਿੱਜੀ ਤੌਰ ਤੇ ਤਾਂ ਕਹਿੰਦੇ ਹੋ ਕਿ ਚੰਗਾ ਇਨਸਾਨ ਹੈਗਾ, ਪਰ ਮੁੱਖ ਮੰਤਰੀ ਦੇ ਤੌਰ ਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੱਧ ਗਈਆਂ ਨੇ, ਕੋਈ ਸਲਾਹ ਦੇਣੀ ਚਾਹੋ? ਦੇਖੋ, ਭਗਵੰਤ ਮਾਨ ਜੀ ਬਹੁਤ ਅੱਛੇ ਇਨਸਾਨ ਨੇ, ਤੁਹਾਡੀ ਗੱਲ ਬਿਲਕੁਲ ਸਹੀ ਆ। ਪੰਜਾਬ ਦੇ ਨੇ, ਪੰਜਾਬੀ ਨੇ, ਪੰਜਾਬੀਅਤ ਨੂੰ ਸਮਝਦੇ ਨੇ, ਪੰਜਾਬ ਨੂੰ ਸਮਝਦੇ ਨੇ। ਪਰ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਵੀ ਜਿੰਨੇ ਵੀ ਫੈਸਲੇ ਲੈਣੇ ਆ ਉਹ ਵਧੀਆ ਤਰੀਕੇ ਨਾਲ ਇੰਡੀਪੈਂਡੈਂਟ ਫੈਸਲੇ ਲਾਓ। ਕੋਈ ਸਲਾਹਕਾਰ ਕਮੇਟੀ ਆਪਣੀ ਕੋਈ ਪਰਸਨਲ ਰੱਖੋ,
ਵਧੀਆ ਬੰਦੇ ਰੱਖੋ ਜਿਹੜੇ ਤੁਹਾਨੂੰ ਅੱਛੀ ਸਲਾਹ, ਇੱਕ ਓਨੈਸਟ ਓਪੀਨੀਅਨ ਦੇ ਸਕਣ। ਸਲਾਹਕਾਰ ਕਮੇਟੀ ਜਿਹੜੀ ਉਹ ਕਾਗਜ਼ਾਂ ਵਾਲੀ ਲੋੜ ਨਹੀਂ ਤੁਹਾਨੂੰ ਇੱਕ ਅੱਛੀ ਸਲਾਹਕਾਰ ਕਮੇਟੀ ਜਿਹੜੇ ਤੁਹਾਡੇ ਅੱਛੇ ਦੋਸਤ ਹੋਣ, ਜਿਹੜੇ ਤੁਹਾਡੇ ਵੈਲ ਵਿਸ਼ਰ ਹੋਣ, ਜਿਹੜੇ ਪੰਜਾਬ ਦੇ ਵੈਲ ਵਿਸ਼ਰ ਹੋਣ, ਕੋਈ ਉਹਨਾਂ ਤੋਂ ਸਲਾਹ ਲਈ ਜਾਵੇ ਤਾਂ ਕਿ ਆ ਟਵਿੱਟਰ ਹੈਂਡਲ ਤੇ ਜੋ ਹੋਇਆ ਮੈਂ ਸਮਝਦਾ ਕਿ ਅਨਫੋਰਚੂਨੇਟ ਆ। ਇਹ ਤਾਂ ਅਸੀਂ ਵੀ ਮੈਂ ਆਪਣੀ ਫੇਸਬੁੱਕ ਤੇ ਕੋਈ ਪੋਸਟ ਪਾਣੀ ਹੁੰਦੀ ਹੈ ਜਾਂ ਟਵਿੱਟਰ ਹੈਂਡਲ ਤੇ ਮੈਂ ਪੋਸਟ ਕਰਨਾ ਹੁੰਦਾ ਤੇ ਮੈਂ 100 ਵਾਰੀ ਸਲਾਹ ਕਰਦਾ ਨਾਲ ਦੇ ਨਾਲ, ਤਾਂ ਆਪਾਂ ਕਿਉਂ ਨਹੀਂ ਸਲਾਹ ਕਰਦੇ? ਆਪਾਂ ਨੂੰ ਵੀ ਤਾਂ ਪਤਾ ਹੀ ਹੈ ਨਾ ਇਹ ਪੰਜਾਬ ਦੇ ਹੱਕ ਜਿਹੜੇ ਇੰਨੇ ਠੀਕ ਨਹੀਂ ਆ। ਆ ਮੱਤੇਵਾੜਾ ਜੰਗਲ ਦੇ ਤੁਸੀਂ ਆਏ, ਤੁਸੀਂ ਆ ਕੇ ਉੱਥੇ ਬਿਆਨ ਦਿੱਤਾ ਜੀ ਠੀਕ ਹੈ ਜੀ ਇੱਥੇ ਟੈਕਸਟਾਈਲ ਪ੍ਰੋਜੈਕਟ ਲੱਗੇਗਾ, ਤੇ ਬਾਅਦ ਚ ਤੁਸੀਂ ਕਹਿੰਦੇ ਅਸੀਂ ਫਾਈਲ ਨਹੀਂ ਦੇਖੀ। ਸੀਐਮ ਸਾਹਿਬ ਨੇ ਕਹਿੰਦੇ ਜੀ ਫਾਈਲ ਨਹੀਂ ਦੇਖੀ ਪ੍ਰੋਪਰਲੀ, ਤੇ ਇਹਦਾ ਮਤਲਬ ਕੰਮ ਫਿਰ ਹਵਾ 'ਚ ਹੀ ਹੋ ਰਿਹਾ, ਅੱਖਾਂ ਬੰਦ ਕਰਕੇ ਹੋ ਰਿਹਾ, ਗੰਭੀਰਤਾ ਨਹੀਂ ਹੈ। ਸੋ ਗੰਭੀਰਤਾ ਦੀ ਭਗਵੰਤ ਮਾਨ ਜੀ ਜ਼ਰੂਰਤ ਹੈ। ਤੁਹਾਨੂੰ ਲੋਕਾਂ ਨੇ ਚੁਣਿਆ, ਤੁਹਾਨੂੰ ਲੋਕਾਂ ਨੇ ਵੋਟ ਪਾਈ ਹੈ, ਤੁਸੀਂ ਪੰਜਾਬ ਦੇ ਲਈ, ਪੰਜਾਬੀ ਦੇ ਲਈ ਬਿਹਤਰ ਕੰਮ ਕਰੋ। ਸਾਡੀਆਂ ਦੁਆਵਾਂ ਜਿਹੜੀਆਂ ਤੁਹਾਡੇ ਨਾਲ ਨੇ। ਜਿਵੇਂ ਰਾਜਕੁਮਾਰ ਚੱਬੇਵਾਲ ਬੜੇ ਬੇਬਾਕੀ ਦੇ ਨਾਲ ਗੱਲਬਾਤ ਕਰਕੇ ਸਾਰੀਆਂ ਚੀਜ਼ਾਂ ਤੇ ਸਿੱਧੇ ਤੌਰ ਤੇ ਅਸਿੱਧੇ ਤੌਰ ਤੇ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਮਾਨ ਨੂੰ ਸਲਾਹ ਵੀ ਦਿੱਤੀ ਹੈ ਤੇ ਨਾਲ ਦੇ ਨਾਲ ਨਿਸ਼ਾਨੇ ਵੀ ਬਿੰਨੇ ਨੇ। ਸਾਫ਼ ਤੌਰ ਤੇ ਕਹਿੰਦੇ ਨੇ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦਿੱਲੀ ਦਰਬਾਰ ਤੋਂ ਹੋ ਰਹੀਆਂ ਨੇ। ਹਾਲਾਂਕਿ ਕਾਂਗਰਸ ਵੀ ਦਿੱਲੀ ਦਰਬਾਰੋਂ ਚੱਲਦੀ ਰਹੀ, ਪਰ ਇੱਥੇ ਕਹਿੰਦੇ ਕਿ ਹੋਰ ਤਰੀਕੇ ਦੀ ਸਿਆਸਤ ਹੋ ਰਹੀ ਹੈ। ਸਮਝਣਾ ਚਾਹੀਦਾ ਭਗਵੰਤ ਮਾਨ ਨੂੰ, ਆਪਣੇ ਸਲਾਹਕਾਰ ਪੰਜਾਬ ਤੋਂ ਤੇ ਪੰਜਾਬ ਦੇ ਹਿਤੈਸ਼ੀ ਬਣਾਉਣੇ ਚਾਹੀਦੇ ਨੇ। ਫਿਲਹਾਲ ਦੇਖਣਾ ਹੋਵੇਗਾ ਕਿ ਇਸ ਮੁਤਲਕ ਹੁਣ ਪੰਜਾਬ ਦੇ ਮੁੱਖ ਮੰਤਰੀ ਕੋਈ ਜਵਾਬ ਦਿੰਦੇ ਨੇ ਜਾਂ ਇਸੇ ਤਰੀਕੇ ਨਾਲ ਇਹ ਦੂਸ਼ਣਬਾਜ਼ੀ ਦਾ ਦੌਰ ਜਿਹੜਾ ਚੱਲਦਾ ਰਹਿੰਦਾ ਤੇ ਪੰਜਾਬ ਦੇ ਮਸਲਿਆਂ ਦੀ, ਅਸਲ ਮਸਲਿਆਂ ਦੀ ਗੱਲ ਨਹੀਂ ਹੁੰਦੀ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਟੀਵੀ ਪੰਜਾਬ, ਚੰਡੀਗੜ੍ਹ।